ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਫੌਜ ਬੁਲਾਉਣ ਵਿੱਚ ਕੀਤੀ ਗਈ ਦੇਰੀ ਦੇ ਕਾਂਡ ਬਾਰੇ ਵਿਚਾਰ ਸਾਂਝੇ ਕਰਾਂਗੇ। 1 ਨਵੰਬਰ ਤੱਕ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਗਈ ਸੀ ਕਿ ਦਿੱਲੀ ਦੀ ਪੁਲਿਸ ਲੁੱਟ-ਮਾਰ ਤੇ ਕਤਲੋ-ਗਾਰਦ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਯੋਗ ਸਾਬਤ ਹੋ ਗਈ ਸੀ। ਉਸ ਅੰਦਰ ਹਿੰਸਾ ਨੂੰ ਰੋਕਣ ਦੀ ਨਾ ਰੁਚੀ ਤੇ ਇੱਛਾ ਸੀ ਅਤੇ ਨਾ ਉਸ ਦੀ ਇਸ ਪੱਧਰ ਦੀ ਫਿਰਕੂ ਹਿੰਸਾ ਨੂੰ ਕੰਟਰੋਲ ਕਰ ਸਕਣ ਦੀ ਸਮਰੱਥਾ ਹੀ ਸੀ। ਅਜਿਹੀ ਹਾਲਤ ਦੇ ਮੱਦੇ-ਨਜ਼ਰ ਦਿੱਲੀ ਪ੍ਰਸ਼ਾਸਨ ਦਾ ਇਹ ਸੰਵਿਧਾਨਿਕ ਤੇ ਮਨੁੱਖੀ ਫਰਜ਼ ਬਣਦਾ ਸੀ ਕਿ ਉਸ ਵੱਲੋਂ ਫੌਰਨ ਫੌਜ ਬੁਲਾਉਣ ਦਾ ਫੈਸਲਾ ਲਿਆ ਜਾਂਦਾ ਅਤੇ ਇਸ ਨੂੰ ਫੁਰਤੀ ਨਾਲ ਸਾਰੇ ਹਿੰਸਾਗ੍ਰਸਤ ਥਾਵਾਂ 'ਤੇ ਤੈਨਾਤ ਕੀਤਾ ਜਾਂਦਾ। ਕਲਕੱਤੇ ਅੰਦਰ ਅਜਿਹਾ ਹੀ ਕੀਤਾ ਗਿਆ ਸੀ। 31 ਅਕਤੂਬਰ ਨੂੰ ਦੇਸ਼ ਅੰਦਰ ਸਿੱਖ ਵਿਰੋਧੀ ਹਿੰਸਾ ਦੀ ਸਭ ਨਾਲੋਂ ਪਹਿਲੀ ਵਾਰਦਾਤ ਕਲਕੱਤਾ ਸ਼ਹਿਰ ਅੰਦਰ ਵਾਪਰੀ ਸੀ, ਜਿੱਥੇ ਸਵੇਰੇ 11 ਵਜੇ ਦੇ ਕਰੀਬ ਹੀ ਜਦੋਂ ਅਜੇ ਇੰਦਰਾ ਗਾਂਧੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖਬਰ ਹੀ ਨਜ਼ਰ ਹੋਈ ਸੀ। ਰਾਈਟਰਜ਼ ਬਿਲਡਿੰਗ ਦੇ ਨਜ਼ਦੀਕ ਕਾਂਗਰਸੀ ਵਰਕਰਾਂ ਨੇ ਇੱਕ ਸਿੱਖ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਦੁਪਹਿਰ ਤੱਕ ਹਿੰਸਾ ਦਾ ਇਹ ਸਿਲਸਿਲਾ ਸ਼ਹਿਰ ਦੇ ਬਹੁਤ ਸਾਰੇ ਭਾਗਾਂ ਵਿੱਚ ਫੈਲ ਗਿਆ। ਮਾਰ ਕੁਟਾਈ ਤੋਂ ਵੱਧ ਕੇ 10 ਦੇ ਕਰੀਬ ਸਿੱਖਾਂ ਨੂੰ ਜਾਨੋਂ ਮਾਰ ਦਿੱਤਾ ਗਿਆ ਸੀ, ਪਰ ਬੰਗਾਲ ਸਰਕਾਰ ਨੇ ਹਿੰਸਾ ਦੀ ਅੱਗ ਨੂੰ ਹੋਰ ਵੱਧ ਫੈਲਣ ਤੋਂ ਰੋਕਣ ਲਈ ਫੁਰਤੀ ਨਾਲ ਫੌਜ ਸੱਦ ਲਈ ਸੀ। ਬਾਅਦ ਦੁਪਹਿਰ 2:30 ਵਜੇ ਦੇ ਕਰੀਬ ਫੌਜ ਨੇ ਸ਼ਹਿਰ ਅੰਦਰ ਚਾਰਜ ਸੰਭਾਲ ਲਿਆ ਸੀ ਅਤੇ ਹਿੰਸਾ ਉੱਤੇ ਤੁਰੰਤ ਕਾਬੂ ਪਾ ਲਿਆ ਸੀ। ਇਸ ਦੀ ਤੁਲਨਾ ਵਿੱਚ ਦਿੱਲੀ ਪ੍ਰਸ਼ਾਸਨ ਤੇ ਕੇਂਦਰੀ ਮੰਤਰੀ ਮੰਡਲ ਨੇ ਦਿੱਲੀ ਅੰਦਰ ਫਿਰਕੂ ਹਿੰਸਾ ਜਿਹੜੀ ਕਿ ਕਲਕੱਤੇ ਨਾਲੋਂ ਕਿਤੇ ਵੱਧ ਭਿਆਨਕ ਰੂਪ ਧਾਰ ਗਈ ਸੀ ਦੇ ਵਰਤਾਰੇ ਪ੍ਰਤੀ ਜਿਵੇਂ ਲੰਮੀ ਘੇਸਲ ਵੱਟੀ ਰੱਖੀ, ਉਸ ਤੋਂ ਉਹਨਾਂ ਦੀ ਨੀਤ ਤੇ ਇੱਛਾ ਸਾਫ਼ ਪ੍ਰਗਟ ਹੋ ਜਾਂਦੀ ਹੈ। ਦਿੱਲੀ ਦੇ ਸਿਵਲ ਅਧਿਕਾਰੀਆਂ ਤੇ ਰਾਜਸੀ ਹੁਕਮਰਾਨਾਂ ਨੇ ਪਹਿਲਾਂ ਫੌਜ ਤੈਨਾਤ ਕਰਨ ਦੀ ਮੰਗ ਲੰਮਾ ਸਮਾਂ ਅਣਸੁਣੀ ਕਰੀ ਰੱਖੀ। ਕਾਫੀ ਚਿਰਾਂ ਬਾਅਦ ਜਾ ਕੇ ਭਾਰਤ ਸਰਕਾਰ ਦੁਆਰਾ ਦਿੱਲੀ ਦੇ ਕਤਲੇਆਮ ਦੀ ਅਦਾਲਤੀ ਪੜਤਾਲ ਕਰਾਉਣ ਲਈ ਸਥਾਪਿਤ ਕੀਤੇ ਗਏ ਕਮਿਸ਼ਨਾਂ ਨੇ ਇੰਨੀ ਕੁ ਗੱਲ ਨਿੱਜਕ ਮੰਨੀ, ਭਾਵੇਂ ਕਿ ਉਹਨਾਂ ਇਸ ਦੇ ਕਾਰਨਾਂ ਦੀ ਤਹਿ ਤੱਕ ਜਾਣ ਅਤੇ ਇਸ ਦੀ ਜ਼ਿੰਮੇਵਾਰੀ ਨਿਸ਼ਚਿਤ ਕਰਨ ਦੇ ਕਾਰਜ ਤੋਂ ਸਾਫ਼ ਟਾਲ ਮਟੋਲ ਕੀਤੀ ਹੈ। ਅਲੱਗ-ਅਲੱਗ ਸੋਮਿਆਂ ਤੋਂ ਹਾਸਲ ਹੋਏ ਤੱਥ ਦਰਸਾਉਂਦੇ ਹਨ ਕਿ 31 ਅਕਤੂਬਰ ਦੀ ਸ਼ਾਮ ਨੂੰ ਹੀ ਦਿੱਲੀ ਅੰਦਰ ਫੌਜ ਸੱਦਣ ਦੀ ਮੰਗ ਬਕਾਇਦਾ ਰੂਪ ਵਿੱਚ ਉੱਠ ਖੜੀ ਹੋਈ ਸੀ। ਸੂਤਰਾਂ ਮੁਤਾਬਕ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਿਖੇ ਇੱਕ ਉੱਚ ਪੱਧਰੀ ਹੰਗਾਮੀ ਮੀਟਿੰਗ ਹੋਈ ਸੀ, ਜਿਸ ਵਿੱਚ ਲੈਫਟੀਨੈਂਟ ਗਵਰਨਰ PG ਗਵਈ, ਕਾਂਗਰਸ ਦੇ ਪ੍ਰਭਾਵਸ਼ਾਲੀ ਆਗੂ ਮੱਖਣ ਲਾਲ ਫੌਤੇਦਾਰ ਤੇ ਦਿੱਲੀ ਦੇ ਪੁਲਿਸ ਕਮਿਸ਼ਨਰ ਸੁਭਾਸ਼ ਚੰਦਰ ਟੰਡਨ ਤੋਂ ਇਲਾਵਾ ਕੁਝ ਹੋਰ ਅਹਿਮ ਸਿਵਲ ਤੇ ਪੁਲਿਸ ਅਧਿਕਾਰੀ ਸ਼ਾਮਲ ਹੋਏ ਸਨ। ਮੀਟਿੰਗ ਵਿੱਚ ਹਾਜ਼ਰ ਇੱਕ ਸੀਨੀਅਰ ਪੁਲਿਸ ਅਫਸਰ ਨੇ ਵੱਡੀ ਕਤਲੋ-ਗਾਰਦ ਛਿੜ ਪੈਣ ਦੇ ਖਤਰੇ ਦੀ ਚੇਤਾਵਨੀ ਦਿੰਦੇ ਹੋਏ ਫੌਰੀ ਫੌਜ ਤੈਨਾਤ ਕੀਤੇ ਜਾਣ ਦਾ ਸੁਝਾਅ ਰੱਖਿਆ ਸੀ, ਪਰ ਕਿਸੇ ਨੇ ਵੀ ਇਸ ਸੁਝਾਅ ਉੱਤੇ ਵਿਚਾਰ ਕਰਨ ਦੀ ਲੋੜ ਨਹੀਂ ਸਮਝੀ। ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਰਾਮ ਜੇਠਮਲਾਨੀ ਨੇ ਨਾਨਾਵਤੀ ਕਮਿਸ਼ਨ ਦੇ ਸਾਹਮਣੇ ਗਵਾਹੀ ਦਿੰਦੇ ਹੋਏ ਦੱਸਿਆ ਸੀ ਕਿ ਉਸ ਨੇ 31 ਅਕਤੂਬਰ ਦੀ ਸ਼ਾਮ ਨੂੰ ਹੀ ਗ੍ਰਹਿ ਮੰਤਰੀ ਨਰਸਿਮਹਾ ਰਾਓ ਦੇ ਘਰ ਜਾ ਕੇ ਉਸ ਨਾਲ ਅੱਧਾ ਘੰਟਾ ਗੱਲਬਾਤ ਕੀਤੀ ਸੀ, ਜਿਸ ਵਿੱਚ ਉਸ ਨੇ ਫੌਰੀ ਫੌਜ ਸੱਦਣ ਲਈ ਜ਼ੋਰ ਦਿੱਤਾ ਸੀ। ਪਰ ਜੇਠਮਲਾਨੀ ਦੇ ਦੱਸਣ ਅਨੁਸਾਰ ਗ੍ਰਹਿ ਮੰਤਰੀ ਨੇ ਇਸ ਮਸਲੇ ਪ੍ਰਤੀ ਬੇਪਰਵਾਹੀ ਵਾਲਾ ਰਵੱਈਆ ਧਾਰਨ ਕਰੀ ਰੱਖਿਆ ਸੀ। ਅਗਲੇ ਦਿਨ ਜਦੋਂ ਸਾਰੇ ਸ਼ਹਿਰ ਅੰਦਰ ਫਿਰਕੂ ਹਿੰਸਾ ਦੇ ਭਾਂਬੜ ਵੱਲ ਉੱਠੇ ਸਨ ਅਤੇ ਸਿੱਖਾਂ ਦਾ ਵਿਆਪਕ ਪੈਮਾਨੇ ਤੇ ਕਤਲੇਆਮ ਸ਼ੁਰੂ ਹੋ ਚੁੱਕਾ ਸੀ, ਤਾਂ ਅਨੇਕਾਂ ਹੀ ਪਤਵੰਤੇ ਸ਼ਹਿਰੀਆਂ, ਵਿਰੋਧੀ ਧਿਰ ਦੇ ਸਿਆਸੀ ਆਗੂਆਂ ਤੇ ਖੁਦ ਸਿਵਲ ਪ੍ਰਸ਼ਾਸਨ ਅੰਦਰਲੇ ਹੀ ਕੁਝ ਨੇਕ ਦਿਲ ਅਫਸਰਾਂ ਨੇ ਆਪੋ ਆਪਣੇ ਪੱਧਰ ਤੇ ਗ੍ਰਹਿ ਮੰਤਰੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਪਹੁੰਚ ਕਰਕੇ ਤੁਰੰਤ ਫੌਜ ਤੈਨਾਤ ਕਰਨ ਲਈ ਹਾਲ ਪਹਾਰਿਆ ਕੀਤਾ ਸੀ। ਪਰ ਇੰਨੀਆਂ ਵਿਆਪਕ ਤੇ ਪੁਰਜ਼ੋਰ ਅਪੀਲਾਂ ਦੇ ਬਾਵਜੂਦ ਪ੍ਰਸ਼ਾਸਨ ਨੇ ਦਿਨ ਭਰ ਫੌਜ ਤੈਨਾਤ ਕਰਨ ਬਾਰੇ ਕੋਈ ਅਸਰਦਾਰ ਕਦਮ ਨਹੀਂ ਸੀ ਉਠਾਇਆ। ਜਦੋਂ ਕਿਸੇ ਸਾਰੇ ਸ਼ਹਿਰ ਅੰਦਰ ਹਿੰਸਕ ਭੀੜਾਂ ਨੂੰ ਸਾੜ ਫੂਕ, ਲੁੱਟ ਮਾਰ ਤੇ ਕਤਲੋ-ਗਾਰਤ ਕਰਨ ਲਈ ਆਜ਼ਾਦ ਖੁੱਲ੍ਹਾ ਛੱਡ ਦਿੱਤਾ ਗਿਆ ਸੀ। 2 ਨਵੰਬਰ ਦੀਆਂ ਅਖਬਾਰਾਂ ਵਿੱਚ 1 ਨਵੰਬਰ ਨੂੰ ਫੌਜ ਤੈਨਾਤ ਕਰ ਦੇਣ ਦੀਆਂ ਖਬਰਾਂ ਜ਼ਰੂਰ ਛਪ ਗਈਆਂ ਸਨ, ਪਰ ਹਕੀਕਤ ਵਿੱਚ 2 ਨਵੰਬਰ ਦੀ ਦੁਪਹਿਰ ਤੱਕ ਵੀ ਸ਼ਹਿਰ ਅੰਦਰ ਫੌਜ ਦੀ ਕੋਈ ਨਕਲੋ ਹਰਕਤ ਤੇ ਅਸਰਦਾਰ ਭੂਮਿਕਾ ਨਜ਼ਰ ਨਹੀਂ ਸੀ ਆਈ। ਅਸਲ ਵਿੱਚ ਜਿਵੇਂ ਪਹਿਲਾਂ ਫੌਜ ਨੂੰ ਬੁਲਾਉਣ ਵਿੱਚ ਕੋਈ ਤਬਦੀਲੀ ਨਹੀਂ ਸੀ ਵਿਖਾਈ ਗਈ,
ਉਵੇਂ ਹੀ ਜਦੋਂ ਬੇਹੱਦ ਪਛੜ ਕੇ ਫੌਜ ਬੁਲਾ ਲਈ ਗਈ ਜਾਂ ਬੁਲਾਉਣੀ ਪੈ ਗਈ ਸੀ ਤਾਂ ਉਸ ਨੂੰ ਅਸਰਦਾਰ ਬਣਾਉਣ ਵਿੱਚ ਉੱਕਾ ਹੀ ਕੋਈ ਰੁਚੀ ਨਹੀਂ ਸੀ ਵਿਖਾਈ ਗਈ। ਸਿਵਲ ਪ੍ਰਸ਼ਾਸਨ ਦਾ ਕਾਰਜ ਫੌਜ ਨੂੰ ਬੁਲਾ ਲੈਣ ਦਾ ਖਾਲੀ ਤਾਇਨਾਤ ਕਰਨ ਦੇ ਹੁਕਮ ਜਾਰੀ ਕਰ ਦੇਣ ਨਾਲ ਹੀ ਪੂਰਾ ਨਹੀਂ ਹੋ ਜਾਂਦਾ। ਫੌਜ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਫੌਜ ਤੇ ਸਿਵਲ ਪ੍ਰਸ਼ਾਸਨ ਵਿਚਕਾਰ ਨੇੜਲਾ ਤੇ ਗੂੜ੍ਹਾ ਤਾਲਮੇਲ ਸਥਾਪਿਤ ਕਰਨਾ ਪਹਿਲੀ ਜ਼ਰੂਰੀ ਲੋੜ ਹੁੰਦੀ ਹੈ। ਸਿਵਲ ਪ੍ਰਸ਼ਾਸਨ ਨੇ ਫੌਜ ਨੂੰ ਹਿੰਸਾਗ੍ਰਸਤ ਖੇਤਰ ਤੇ ਤੱਤਾਂ ਬਾਰੇ ਅਸਰਦਾਰ ਜਾਣਕਾਰੀ ਮੁਹੱਈਆ ਕਰਨੀ ਅਤੇ ਇਸ ਤਰ੍ਹਾਂ ਹਿੰਸਾ ਨੂੰ ਕਾਬੂ ਕਰਨ ਵਿੱਚ ਫੌਜ ਨੂੰ ਅਤੀ ਜ਼ਰੂਰੀ ਸਹਿਯੋਗ ਮੁਹੱਈਆ ਕਰਨਾ ਹੁੰਦਾ ਹੈ। ਪਰ ਦਿੱਲੀ ਵਿੱਚ ਜੋ ਹੋਇਆ ਉਹ ਇਸ ਦੇ ਇੱਕਦਮ ਉਲਟ ਸੀ। ਫੌਜ, ਪੁਲਿਸ ਤੇ ਸਿਵਲ ਪ੍ਰਸ਼ਾਸਨ ਵਿਚਕਾਰ ਆਪਸੀ ਤਾਲਮੇਲ ਸਥਾਪਿਤ ਕਰਨ ਲਈ ਸਾਂਝਾ ਕੰਟਰੋਲ ਕੇਂਦਰ ਕਾਇਮ ਕਰਨਾ ਸਭ ਨਾਲੋਂ ਪਹਿਲਾਂ ਤੇ ਜ਼ਰੂਰੀ ਕਦਮ ਹੋਣਾ ਚਾਹੀਦਾ ਸੀ, ਪਰ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ। ਸਿਵਲ ਪ੍ਰਸ਼ਾਸਨ ਦਾ ਸਦਰ ਦਫ਼ਤਰ ਪੁਰਾਣੀ ਦਿੱਲੀ ਵਿੱਚ ਸੀ, ਪੁਲਿਸ ਦਾ ਹੈੱਡਕੁਆਰਟਰ ਇੰਦਰਪ੍ਰਸਥ ਸਟੇਟ ਵਿੱਚ ਅਤੇ ਫੌਜ ਦਾ ਕਮਾਂਡਰ ਸੈਂਟਰ ਧੌਲਾ ਕੁਆਂ ਛਾਉਣੀ ਵਿਖੇ ਸੀ। ਆਪਸੀ ਤਾਲਮੇਲ ਦੀ ਘਾਟ ਤੇ ਪੁਲਿਸ ਵੱਲੋਂ ਜ਼ਰੂਰੀ ਸਹਿਯੋਗ ਨਾ ਮਿਲਣ ਕਰਕੇ ਫੌਜ ਜਦੋਂ ਤੈਨਾਤ ਵੀ ਕੀਤੀ ਗਈ ਤਾਂ ਉਹ ਆਪਣਾ ਰੋਲ ਪੂਰੇ ਅਸਰਦਾਰ ਤਰੀਕੇ ਨਾਲ ਨਾ ਨਿਭਾ ਸਕੀ। ਕਈ ਥਾਵਾਂ ਤੇ ਉਸ ਦਾ ਕੀਮਤੀ ਸਮਾਂ ਅਜਾਈਂ ਬਰਬਾਦ ਹੁੰਦਾ ਰਿਹਾ ਅਤੇ ਉਹ ਬੇਮਤਲਬ ਇੱਧਰ ਉੱਧਰ ਗੇੜੇ ਕੱਢਦੀ ਰਹੀ। ਜਦੋਂ ਫੌਜ ਤੈਨਾਤ ਕੀਤੀ ਗਈ ਉਸ ਦੀ ਨਫਰੀ ਵੀ ਲੋੜ ਨਾਲੋਂ ਕਿਤੇ ਘੱਟ ਸੀ। ਪਹਿਲੀ ਤੇ 2 ਨਵੰਬਰ ਨੂੰ ਜਦੋਂ ਫਿਰਕੂ ਹਿੰਸਾ ਨੇ ਸਭ ਤੋਂ ਭੀਸ਼ਣ ਰੂਪ ਧਾਰਿਆ ਹੋਇਆ ਸੀ, ਉਦੋਂ ਹਾਕਮਾਂ ਦਾ ਧਿਆਨ ਹਿੰਸਾ ਨੂੰ ਰੋਕਣ ਵਿੱਚ ਘੱਟ ਅਤੇ ਇੰਦਰਾ ਗਾਂਧੀ ਦੇ ਜਨਾਜ਼ੇ ਨੂੰ ਸਫਲ ਬਣਾਉਣ ਤੇ ਵੱਧ ਲੱਗਾ ਰਿਹਾ ਸੀ। 3 ਮੂਰਤੀ ਹਾਊਸ, ਜਿੱਥੇ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਨੂੰ 3 ਦਿਨਾਂ ਤੱਕ ਟਿਕਾ ਕੇ ਰੱਖਿਆ ਗਿਆ ਸੀ, ਉੱਥੇ ਸੁਰੱਖਿਆ ਲਈ ਲਗਾਤਾਰ 10,000 ਦੀ ਸੰਖਿਆ ਵਿੱਚ ਪੁਲਿਸ ਤੈਨਾਤ ਕੀਤੀ ਗਈ ਸੀ। ਪੈਟਰੀਅਟ ਦੀ ਰਿਪੋਰਟ ਮੁਤਾਬਕ ਜਨਾਜ਼ੇ ਮੌਕੇ ਸੜਕਾਂ ਤੇ ਖੜੇ ਕਰਨ ਲਈ ਫੌਜ ਦੇ ਇੱਕ ਪੂਰੇ ਬ੍ਰਿਗੇਡ, ਜਿਸ ਵਿੱਚ 8,000 ਜਵਾਨ ਸਨ, ਤੋਂ ਇਲਾਵਾ ਸਮੁੰਦਰੀ ਤੇ ਹਵਾਈ ਸੈਨਾ ਦੇ ਹੋਰ 1,000 ਜਵਾਨਾਂ ਦਾ ਇੰਤਜ਼ਾਮ ਕੀਤਾ ਗਿਆ ਸੀ। ਇਸ ਦੀ ਤੁਲਨਾ ਵਿੱਚ 2 ਨਵੰਬਰ ਨੂੰ ਜਦ ਤਰਲੋਕਪੁਰੀ ਦੀ ਬਸਤੀ ਅੰਦਰ ਹਲਕਾਈਆਂ ਭੀੜਾਂ ਵੱਲੋਂ ਬੇਰਹਿਮੀ ਨਾਲ ਮਾਰੇ ਤੇ ਸਾੜੇ ਜਾ ਰਹੇ ਸਿੱਖਾਂ ਦੀਆਂ ਚੀਕਾਂ ਦੀ ਕੁਰਲਾਹਟ ਦੂਰ ਦੂਰ ਤੱਕ ਸੁਣਾਈ ਦੇ ਰਹੀ ਸੀ ਤਾਂ ਮੌਤ ਦੇ ਜਬਾੜਿਆਂ ਵਿੱਚ ਫਸੇ ਸੈਂਕੜੇ ਗਰੀਬ ਸਿੱਖਾਂ ਪਰਿਵਾਰਾਂ ਦੀ ਰੱਖਿਆ ਕਰਨ ਲਈ ਪ੍ਰਸ਼ਾਸਨ ਨੇ ਸਿਰਫ 3 ਪੁਲਿਸੀਏ ਭੇਜੇ ਸਨ। ਹਾਕਮਾਂ ਦੀਆਂ ਤਰਜੀਹਾਂ ਵਿੱਚ ਇਹ ਉਗੜਵਾਂ ਫਰਕ ਅਕਾਰਨ ਤੇ ਬੇਅਹਿਮ ਨਹੀਂ ਸੀ ਤੇ ਘੱਟ ਕੁਸਗਨਾ ਵੀ ਨਹੀਂ ਸੀ, ਜੋ ਲਗਭਗ 36 ਘੰਟਿਆਂ ਤੱਕ ਕਤਲ ਤੇ ਲੁਟੇਰੇ ਗਰੋਹਾਂ ਨੂੰ ਖੁੱਲ੍ਹੀ ਛੁੱਟੀ ਦੇਈ ਰੱਖਣ ਤੋਂ ਬਾਅਦ ਅਖੀਰ ਵਿੱਚ 2 ਨਵੰਬਰ ਨੂੰ ਜਦ ਫੌਜ ਤੈਨਾਤ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਤਾਂ ਇਸ ਨੂੰ ਬੇਹੱਦ ਸੁਸਤੀ ਨਾਲ ਤੇ ਕਿਸ਼ਤਾਂ ਵਿੱਚ ਨਪੇਰੇ ਚਾੜਿਆ ਗਿਆ ਸੀ। 2 ਨਵੰਬਰ ਨੂੰ ਜੋ ਫੌਜ ਹਿੰਸਾਗ੍ਰਸਤ ਖੇਤਰਾਂ ਅੰਦਰ ਤੈਨਾਤ ਕੀਤੀ ਗਈ ਸੀ, ਦਰਪੇਸ਼ ਕਰਨ ਤੇ ਸਨਮੁਖ ਉਸ ਦੀ ਨਫਰੀ ਮੁੱਲੋਂ ਹੀ ਥੁੜਵੀਂ ਸੀ। 3 ਨਵੰਬਰ ਨੂੰ ਇੰਦਰਾ ਗਾਂਧੀ ਦੇ ਜਨਾਜ਼ੇ ਤੋਂ ਬਾਅਦ ਹੀ ਫੌਜ ਦੇ ਹੋਰ ਵਧੇਰੇ ਦਸਤੇ ਹਿੰਸਾਗ੍ਰਸਤ ਖੇਤਰਾਂ ਅੰਦਰ ਭੇਜੇ ਗਏ ਸਨ, ਪਰ ਜਦੋਂ ਵੀ ਜ਼ਿਆਦਾਤਰ ਥਾਵਾਂ ਤੇ ਫੌਜ ਉਦੋਂ ਪਹੁੰਚੀ ਜਦੋਂ ਭਾਰੀ ਨੁਕਸਾਨ ਹੋ ਚੁੱਕਾ ਸੀ। ਉਦੋਂ ਵੀ ਫੌਜ ਨੇ ਦੰਗਾਕਾਰੀਆਂ ਵਿਰੁੱਧ ਕਠੋਰ ਕਾਰਵਾਈ ਕਰਨ ਤੋਂ ਸੁਚੇਤ ਰੂਪ ਵਿੱਚ ਗੁਰੇਜ਼ ਕੀਤਾ। ਇਸ ਦਾ ਪਤਾ ਗੋਲੀ ਚਲਾਉਣ ਦੀਆਂ ਵਾਰਦਾਤਾਂ ਤੋਂ ਚੱਲਦਾ ਹੈ। ਸਾਰੇ ਅਮਲ ਦੌਰਾਨ ਫੌਜ ਵੱਲੋਂ ਕੁੱਲ 12 ਥਾਵਾਂ ਤੇ ਗੋਲੀ ਚਲਾਈ ਗਈ, ਜਿਸ ਵਿੱਚ ਸਿਰਫ 2 ਵਿਅਕਤੀਆਂ ਦੀ ਮੌਤ ਹੋਈ ਤੇ 4 ਜਣੇ ਜ਼ਖਮੀ ਹੋਏ ਸਨ। ਇਸ ਦੀ ਤੁਲਨਾ ਵਿੱਚ 1993 ਵਿੱਚ ਬੰਬਈ ਅੰਦਰ ਹੋਏ ਹਿੰਦੂ ਮੁਸਲਿਮ ਦੰਗਿਆਂ ਮੌਕੇ ਫੌਜ ਵੱਲੋਂ ਗੋਲੀ ਚਲਾਉਣ ਦੀਆਂ ਵਾਰਦਾਤਾਂ ਅਤੇ ਇਸ ਨਾਲ ਹੋਈਆਂ ਮੌਤਾਂ ਦੌਰਾਨ ਦੋਨਾਂ ਦੀ ਗਿਣਤੀ ਕਿਤੇ ਵੱਧ ਸੀ। ਸੋ ਦਿੱਲੀ ਅੰਦਰ ਫੌਜ ਦੁਆਰਾ ਦਿਖਾਇਆ ਗਿਆ ਇਹ ਸੰਕੋਚ ਸਬੱਬੀ ਨਹੀਂ ਹੋ ਸਕਦਾ। ਇਸ ਦੇ ਪਿੱਛੇ ਫਿਰ ਕਿਸੇ ਸੁਚੇਤ ਨਿਰਣੇ ਦਾ ਹੱਥ ਹੋਣਾ ਦਾ ਗੰਭੀਰ ਸ਼ੱਕ ਪੈ ਜਾਂਦਾ ਹੈ। ਉਪਰੋਕਤ ਸਮੁੱਚੇ ਘਟਨਾਕ੍ਰਮ ਦੀ ਘੋਖਵੀਂ ਛਾਣਬੀਣ ਕਰਨ ਤੋਂ ਬਾਅਦ ਸਭ ਨਾਲੋਂ ਪਹਿਲਾਂ ਤੇ ਅਹਿਮ ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ 31 ਅਕਤੂਬਰ ਨੂੰ ਹੀ ਤੇਜ਼ੀ ਨਾਲ ਵਿਗੜਦੀ ਜਾ ਰਹੀ ਹਾਲਤ ਦੇ ਮੱਦੇ-ਨਜ਼ਰ ਕਿੰਨੇ ਸਾਰੇ ਪਾਸਿਆਂ ਤੋਂ ਫੌਰੀ ਫੌਜ ਬੁਲਾਉਣ ਦੀ ਪੁਰਜ਼ੋਰ ਮੰਗ ਉੱਠ ਖੜੀ ਹੋਈ ਸੀ ਤਾਂ ਫੌਜ ਨੂੰ ਸੱਦਣ ਵਿੱਚ ਇੰਨੀ ਦੇਰੀ ਕਿਉਂ ਕੀਤੀ ਗਈ? ਇਸ ਸਵਾਲ ਦਾ ਜਵਾਬ ਦੇਣ ਦੀ ਜ਼ਿੰਮੇਵਾਰੀ ਘੱਟੋ ਘੱਟ 5 ਵਿਅਕਤੀਆਂ ਦੇ ਸਿਰਾਂ ਤੇ ਆਇਦ ਹੁੰਦੀ ਹੈ। ਦਿੱਲੀ ਦਾ ਪ੍ਰਮੁੱਖ ਪ੍ਰਸ਼ਾਸਕ ਹੋਣ ਦੇ ਨਾਤੇ ਸਭ ਨਾਲੋਂ ਵੱਧ ਦੇ ਤਤਕਾਲੀ ਲੈਫਟੀਨੈਂਟ ਗਵਰਨਰ ਸ੍ਰੀ ਪਦਮਾਕਰ ਗਵਈ ਦਾ ਇਹ ਫਰਜ਼ ਬਣਦਾ ਸੀ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਸਮੁੱਚੀ ਹਾਲਤ ਤੋਂ ਜਾਣੂ ਕਰਵਾਉਂਦਾ ਅਤੇ ਇਸ ਆਧਾਰ ਤੇ ਉਸ ਕੋਲ
ਫੌਜ ਤੈਨਾਤ ਕਰਨ ਦੀ ਸਿਫਾਰਿਸ਼ ਕਰਦਾ ਲੈਫਟੀਨੈਂਟ ਗਵਰਨਰ ਨੇ ਆਪਣਾ ਇਹ ਸੰਵਿਧਾਨਕ ਫਰਜ਼ ਨਿਭਾਇਆ ਜਾਂ ਨਹੀਂ, ਜਾਂ ਕਿਸ ਹੱਦ ਤੱਕ ਨਿਭਾਇਆ, ਇਹ ਸਵਾਲ ਮੁਕੰਮਲ ਛਾਣਬੀਣ ਦੀ ਮੰਗ ਕਰਦਾ ਹੈ। ਦਿੱਲੀ ਅੰਦਰ ਅਮਨ ਕਾਨੂੰਨ ਕਾਇਮ ਰੱਖਣ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਦਿੱਲੀ ਪੁਲਿਸ ਦੀ ਸੀ। ਇਸ ਕਰਕੇ 31 ਅਕਤੂਬਰ ਨੂੰ ਜਦ ਇਹ ਨਿਸ਼ਚਿਤ ਹੋ ਗਿਆ ਸੀ ਕਿ ਦਿੱਲੀ ਪੁਲਿਸ ਫਿਰਕੂ ਹਿੰਸਾ ਨੂੰ ਰੋਕਣ ਤੇ ਦਬਾਉਣ ਵਿੱਚ ਪੂਰੀ ਤਰ੍ਹਾਂ ਅਸਮਰਥ ਜਾਂ ਅਯੋਗ ਸਾਬਤ ਹੋ ਗਈ ਸੀ, ਤਾਂ ਦਿੱਲੀ ਪੁਲਿਸ ਦੇ ਉਸ ਵੇਲੇ ਦੇ ਕਮਿਸ਼ਨਰ ਸੁਭਾਸ਼ ਚੰਦਰ ਟੰਡਨ ਦਾ ਇਹ ਜ਼ਰੂਰੀ ਸੰਵਿਧਾਨਿਕ ਤੇ ਨਾਲ ਹੀ ਨੈਤਿਕ ਵੀ ਫਰਜ਼ ਬਣਦਾ ਸੀ ਕਿ ਉਹ ਦਿੱਲੀ ਦੇ ਪ੍ਰਮੁੱਖ ਪ੍ਰਸ਼ਾਸਕ ਤੇ ਨਾਲ ਹੀ ਕੇਂਦਰੀ ਗ੍ਰਹਿ ਵਜ਼ਾਰਤ ਅੱਗੇ ਤੁਰੰਤ ਫੌਜ ਬੁਲਾਉਣ ਦੀ ਸਿਫਾਰਿਸ਼ ਕਰਦਾ। ਉਸ ਨੇ ਆਪਣੀ ਇਹ ਸੰਵਿਧਾਨਿਕ ਤੇ ਨੈਤਿਕ ਜ਼ਿੰਮੇਵਾਰੀ ਕਿਸ ਹੱਦ ਤੱਕ ਨਿਭਾਈ, ਇਹ ਸਵਾਲ ਵੀ ਬਰਾਬਰ ਡੂੰਘੀ ਤੇ ਭਰਵੀਂ ਪੜਤਾਲ ਦਾ ਵਿਸ਼ਾ ਬਣਦਾ ਹੈ। ਉਸ ਵੇਲੇ ਦਿੱਲੀ ਦਾ ਦਰਜਾ ਯੂਨੀਅਨ ਟੈਰੀਟਰੀ ਦਾ ਸੀ। ਇਸ ਕਰਕੇ ਦਿੱਲੀ ਅੰਦਰ ਅਮਨ ਕਾਨੂੰਨ ਕਾਇਮ ਰੱਖਣਾ ਕੇਂਦਰੀ ਗ੍ਰਹਿ ਵਜ਼ਾਰਤ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਸੀ। ਇਸ ਬਿਨਾਂ ਤੇ ਉਸ ਮੌਕੇ ਤੇ ਕੇਂਦਰੀ ਗ੍ਰਹਿ ਮੰਤਰੀ PV ਨਰਸਿਮਹਾ ਰਾਓ ਦੀ ਵੀ ਬਰਾਬਰ ਇਹ ਸੰਵਿਧਾਨਿਕ ਜ਼ਿੰਮੇਵਾਰੀ ਬਣਦੀ ਸੀ ਕਿ ਜੇਕਰ ਲੈਫਟੀਨੈਂਟ ਗਵਰਨਰ ਤੇ ਪੁਲਿਸ ਕਮਿਸ਼ਨਰ ਨੇ ਤੁਰੰਤ ਫੌਜ ਬੁਲਾਉਣ ਦੀ ਸਿਫਾਰਿਸ਼ ਨਹੀਂ ਵੀ ਕੀਤੀ ਸੀ, ਤਾਂ ਵੀ ਉਸ ਵੱਲੋਂ ਆਪਣੇ ਪੱਧਰ ਤੇ ਇਹ ਨਿਰਣਾ ਲਿਆ ਜਾਣਾ ਚਾਹੀਦਾ ਸੀ। ਇਸ ਸੰਦਰਭ ਵਿੱਚ ਗ੍ਰਹਿ ਮੰਤਰੀ ਦੇ ਸਮੁੱਚੇ ਰੋਲ ਨੂੰ ਅੰਗਿਆਂ ਤੋਲਿਆ ਜਾਣਾ ਚਾਹੀਦਾ ਹੈ। ਪ੍ਰਸ਼ਾਸਨ ਦੁਆਰਾ ਫੌਜ ਬੁਲਾਉਣ ਦਾ ਨਿਰਣਾ ਕਰ ਲੈਣ ਤੋਂ ਬਾਅਦ ਲੋੜੀਂਦੀ ਮਾਤਰਾ ਵਿੱਚ ਫੌਜੀ ਦਸਤੇ ਮੁਹੱਈਆ ਕਰਨੇ ਅਤੇ ਉਹਨਾਂ ਨੂੰ ਚੁਸਤੀ ਫੁਰਤੀ ਨਾਲ ਘਟਨਾਗ੍ਰਸਤ ਥਾਵਾਂ ਤੇ ਭੇਜਣਾ ਰੱਖਿਆ ਵਜ਼ਾਰਤ ਤੇ ਫੌਜ ਦੇ ਸੰਬੰਧਿਤ ਅਫਸਰਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਇਸ ਕਰਕੇ ਇਸ ਅਮਲ ਦੌਰਾਨ ਹੋਈ ਜਾਂ ਕੀਤੀ ਗਈ ਦੇਰੀ ਤੇ ਢਿੱਲ ਮੱਠ ਦਾ ਜ਼ਿੰਮਾ ਉਸ ਮੌਕੇ ਦੇ ਰੱਖਿਆ ਮੰਤਰੀ ਰਾਜੀਵ ਗਾਂਧੀ, ਜੋ ਕਿ ਉਸ ਵੇਲੇ ਪ੍ਰਧਾਨ ਮੰਤਰੀ ਦੇ ਨਾਲ ਹੀ ਰੱਖਿਆ ਮਹਿਕਮੇ ਦਾ ਵੀ ਵਾਲੀ ਵਾਰਸ ਸੀ, ਤੇ ਫੌਜ ਦੇ ਦਿੱਲੀ ਖੇਤਰ ਦੇ ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ JS ਜਮਵਾਲ ਸਿਰ ਆਉਂਦਾ ਹੈ। ਕਾਇਦੇ ਮੁਤਾਬਕ ਇਸ ਸਾਰੇ ਮਸਲੇ ਦੀ ਫੌਰੀ ਉੱਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ, ਪਰ ਅਜਿਹਾ ਨਹੀਂ ਹੋਇਆ। ਛੇਤੀ ਹੀ ਜਦ ਭਾਰਤੀ ਹਾਕਮਾਂ ਨੂੰ ਇਹ ਮਹਿਸੂਸ ਹੋਇਆ ਕਿ ਫੌਜ ਬੁਲਾਉਣ ਵਿੱਚ ਕੀਤੀ ਗਈ ਇਸ ਦੇਰੀ ਦਾ ਉਹਨਾਂ ਕੋਲ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਸੀ, ਜਿਸ ਕਰਕੇ ਉਹਨਾਂ ਨੂੰ ਇਸ ਮਸਲੇ ਤੇ ਦੇਸ਼ ਅੰਦਰ ਤੇ ਖਾਸ ਕਰਕੇ ਕੌਮਾਂਤਰੀ ਪੱਧਰ ਤੇ ਤਿੱਖੇ ਤੇ ਅਣਸੁਖਾਵੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਤਾਂ ਉਹਨਾਂ ਅਜਿਹੀ ਅਣਸੁਖਾਵੀ ਹਾਲਤ ਤੋਂ ਬਚਣ ਲਈ ਦਿੱਲੀ ਦੇ ਲੈਫਟੀਨੈਂਟ ਗਵਰਨਰ PG ਗਵਈ ਨੂੰ ਬਲੀ ਦਾ ਬੱਕਰਾ ਬਣਾਉਣ ਦਾ ਸੌਖਾ ਤੇ ਮੌਕਾਪ੍ਰਸਤ ਰਾਹ ਚੁਣ ਲਿਆ। 2 ਨਵੰਬਰ ਨੂੰ ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ PC ਅਲੈਗਜ਼ੈਂਡਰ ਨੇ ਲੈਫਟੀਨੈਂਟ ਗਵਰਨਰ ਨੂੰ ਫੌਰੀ ਜਬਰੀ ਛੁੱਟੀ ਤੇ ਚਲੇ ਜਾਣ ਦਾ ਹੰਗਾਮੀ ਆਦੇਸ਼ ਜਾਰੀ ਕਰ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਉਸ ਵੇਲੇ ਦੇ ਮੁੱਖ ਗ੍ਰਹਿ ਸਕੱਤਰ MMK ਵਲੀ ਨੂੰ ਗਵਈ ਦੀ ਥਾਂ ਨਵਾਂ ਲੈਫਟੀਨੈਂਟ ਗਵਰਨਰ ਥਾਪ ਦਿੱਤਾ ਗਿਆ। ਭਾਰਤੀ ਹਾਕਮਾਂ ਦੀ ਇਹ ਕਾਰਵਾਈ ਕਿਸੇ ਸੁਹਿਰਦ ਭਾਵਨਾ ਦਾ ਪ੍ਰਗਟਾਵਾ ਨਹੀਂ ਸੀ ਕਰਦੀ, ਕਿਉਂਕਿ ਇੱਕ ਤਾਂ ਜਿਵੇਂ ਅੱਗੇ ਜਾ ਕੇ ਵੇਖਿਆ ਜਾਵੇਗਾ, ਫੌਜ ਨੂੰ ਸੱਦਣ ਵਿੱਚ ਕੀਤੀ ਗਈ ਦੇਰੀ ਦਾ ਦੋਸ਼ ਇਕੱਲੇ ਲੈਫਟੀਨੈਂਟ ਗਵਰਨਰ ਸਿਰ ਨਹੀਂ ਮੜਿਆ ਜਾ ਸਕਦਾ। ਦੂਜਾ, MMK ਵਲੀ ਦਾ ਆਪਣਾ ਰਿਕਾਰਡ ਕਿਸੇ ਤਰ੍ਹਾਂ ਵੀ ਗਵਈ ਨਾਲੋਂ ਵੱਖਰਾ ਜਾਂ ਬਿਹਤਰ ਨਹੀਂ ਸੀ। ਵਲੀ ਜਿਸ ਹੋਮ ਮਿਨਿਸਟਰੀ ਦਾ ਮੁੱਖ ਸਕੱਤਰ ਸੀ, ਉਹ ਸਾਰੇ ਸਮੇਂ ਦੌਰਾਨ ਗੂੜੀ ਨੀਂਦ ਸੁੱਤੀ ਰਹੀ ਸੀ। ਇਸ ਕਰਕੇ ਗਵਈ ਨੂੰ ਹਟਾ ਕੇ ਵਲੀ ਨੂੰ ਲੈਫਟੀਨੈਂਟ ਗਵਰਨਰ ਥਾਪ ਦੇਣਾ ਦਾ ਮਹਿਜ਼ ਅੱਖਾਂ ਪੂੰਝਣ ਵਾਲੀ ਗੱਲ ਸੀ। ਅਜਿਹਾ ਕਰਕੇ ਭਾਰਤੀ ਹਾਕਮਾਂ ਨੇ ਆਪਣੇ ਵੱਲੋਂ ਇਸ ਮਸਲੇ ਉੱਤੇ ਮਿੱਟੀ ਪਾਉਣ ਦਾ ਯਤਨ ਕੀਤਾ ਸੀ, ਪਰ 2 ਦਹਾਕਿਆਂ ਬਾਅਦ ਜਾ ਕੇ ਨਾਨਾਵਤੀ ਕਮਿਸ਼ਨ ਵੱਲੋਂ ਦਿੱਲੀ ਅੰਦਰ ਹੋਏ ਕਤਲੇਆਮ ਦੀ ਜਾਂਚ ਪੜਤਾਲ ਦੇ ਅਮਲ ਦੌਰਾਨ ਜਦ ਇਹ ਮਸਲਾ ਮੁੜ ਤੋਂ ਉੱਠ ਖੜਾ ਹੋਇਆ, ਤਾਂ ਦੋਸ਼ੀਆਂ ਵਿਚਕਾਰ ਪਾਪ ਦਾ ਬੋਝ ਇੱਕ ਦੂਜੇ ਉੱਤੇ ਸੁੱਟ ਦੇਣ ਦੀ ਜਾਣੀ ਪਛਾਣੀ ਮੌਕਾਪ੍ਰਸਤ ਖੇਡ ਸ਼ੁਰੂ ਹੋ ਗਈ। ਉਸ ਸਮੇਂ ਦਿੱਲੀ ਖੇਤਰ ਦੇ GOC ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ JS ਜਮਵਾਲ ਰਾਜਪੂਤਾਨਾ, ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ JS ਜਮਵਾਲ ਰਾਜਪੂਤਾਨਾ ਰਾਈਫਲਜ਼ ਰੈਜੀਮੈਂਟਲ ਸੈਂਟਰ ਦਿੱਲੀ ਦੇ ਕਮਾਂਡੈਂਟ ਬ੍ਰਿਗੇਡੀਅਰ AS ਬਰਾੜ, ਤਤਕਾਲੀ ਗ੍ਰਹਿ ਮੰਤਰੀ PV ਨਰਸਿਮਹਾ ਰਾਓ, ਦਿੱਲੀ ਪੁਲਿਸ ਦੇ ਉਸ ਵੇਲੇ ਦੇ ਮੁਖੀ ਸੁਭਾਸ਼ ਚੰਦਰ ਟੰਡਨ ਅਤੇ ਦਿੱਲੀ ਦੇ ਤਤਕਾਲੀ ਲੈਫਟੀਨੈਂਟ ਗਵਰਨਰ PG ਗਵਈ ਵੱਲੋਂ ਨਾਨਾਵਤੀ ਕਮਿਸ਼ਨ ਅੱਗੇ ਆਪੋ ਆਪਣਾ ਪੱਖ ਪੇਸ਼ ਕਰਦੇ ਹੋਏ ਦਿੱਤੀਆਂ ਗਈਆਂ ਗਵਾਹੀਆਂ ਨੇ ਦੇਸ਼ ਦੇ ਹਾਕਮਾਂ ਤੇ ਪ੍ਰਸ਼ਾਸਕਾਂ ਨੂੰ ਪੂਰੀ ਤਰ੍ਹਾਂ ਬੇਪਰਦ ਕਰਕੇ ਰੱਖ ਦਿੱਤਾ। ਕਾਂਗਰਸੀ ਹਾਕਮਾਂ ਨੇ ਪਾਰਲੀਮੈਂਟ ਅੰਦਰ ਤੇ ਕਮਿਸ਼ਨਾਂ ਸਾਹਮਣੇ ਮੁੱਖ ਬਹਾਨਾ ਇਹ ਲਾਇਆ ਕਿ ਸਰਕਾਰ ਕੋਲੋਂ ਦਿੱਲੀ ਵਿੱਚ ਅਚਾਨਕ ਇੱਕਦਮ ਫੌਜ ਤੈਨਾਤ ਕਰਨ ਲਈ ਲੋੜੀਂਦੀ ਸੰਖਿਆ ਵਿੱਚ ਫੌਜੀ ਟੁਕੜੀਆਂ ਹਾਸਲ ਨਹੀਂ ਸਨ, ਪਰ ਠੋਸ ਤੱਥ ਉਹਨਾਂ ਦੇ ਇਸ ਝੂਠ ਦੇ ਕਪਟ ਦਾ ਪਰਦਾਫਾਸ਼ ਕਰ ਦਿੰਦੇ ਹਨ। ਤੱਥ ਕੀ ਦਰਸਾਉਂਦੇ ਹਨ
31 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਕਤਲ ਦੇ ਫੌਰੀ ਬਾਅਦ ਡਿਫੈਂਸ ਮਿਨਿਸਟਰੀ ਨੇ ਹਿੰਸਾ ਭੜਕਾ ਪੈਣ ਦੇ ਖਤਰੇ ਨੂੰ ਭਾਂਪਦੇ ਹੋਏ ਮੇਰਠ ਦੇ GOC ਨੂੰ ਭੇਜੇ ਇੱਕ ਆਦੇਸ਼ ਰਾਹੀਂ ਫੌਜ ਦੀ ਇੱਕ ਟੁਕੜੀ ਫੌਰੀ ਦਿੱਲੀ ਭੇਜਣ ਲਈ ਕਹਿ ਦਿੱਤਾ ਸੀ। ਇਸ ਆਦੇਸ਼ ਉੱਤੇ ਅਮਲ ਕਰਦਿਆਂ GOC ਨੇ ਸਿੱਖ ਲਾਈਟ ਇਨਫੈਂਟਰੀ ਦੀ ਇੱਕ ਟੁਕੜੀ, ਜਿਸ ਵਿੱਚ 1600 ਜਵਾਨ ਤੇ ਅਫਸਰ ਸਨ ਅਤੇ ਜੋ ਫੀਲਡ 'ਚ ਮਸ਼ਕਾਂ ਕਰਕੇ ਅਜੇ ਮਸੀਂ ਵਾਪਸ ਆਏ ਸੀ, ਨੂੰ ਤੁਰੰਤ ਮੇਰਠ ਤੋਂ ਦਿੱਲੀ ਵੱਲ ਰਵਾਨਾ ਕਰ ਦਿੱਤਾ ਸੀ। ਸ਼ਾਮ ਤੱਕ ਇਹ ਟੁਕੜੀ ਦਿੱਲੀ ਦੀ ਜੂਹ ਵਿੱਚ ਦਾਖਲ ਹੋ ਗਈ ਸੀ, ਪਰ ਕਿਸੇ ਅਣਦੱਸੇ ਕਾਰਨ ਕਰਕੇ ਇਸ ਨੂੰ ਕਈ ਘੰਟੇ ਦਿੱਲੀ ਦੀ ਹੱਦ ਉੱਤੇ ਰੋਕ ਲਿਆ ਗਿਆ ਸੀ। ਰੁਕਣ ਦਾ ਹੁਕਮ ਕਿਸ ਨੇ ਦਿੱਤਾ ਸੀ, ਇਹ ਸਵਾਲ ਅਜੇ ਤੱਕ ਰਹੱਸ ਬਣਿਆ ਹੋਇਆ ਹੈ। ਕਿਸੇ ਵੀ ਪੜਤਾਲੀਆ ਕਮਿਸ਼ਨ ਜਾਂ ਏਜੰਸੀ ਨੇ ਇਸ ਸਵਾਲ ਦਾ ਜਵਾਬ ਲੱਭਣ ਦੀ ਲੋੜ ਮਹਿਸੂਸ ਨਹੀਂ ਕੀਤੀ। ਜਦੋਂ ਇਹ ਟੁਕੜੀ ਦਿੱਲੀ ਛਾਉਣੀ ਪਹੁੰਚੀ ਤਾਂ ਰਾਤ ਦੇ 11 ਵੱਜ ਚੁੱਕੇ ਸਨ। ਅਗਲੇ ਦਿਨ ਸਵੇਰੇ ਹੀ ਇਸ ਦੇ ਮੇਜਰ JS ਸੰਧੂ ਦੀ ਅਗਵਾਈ ਹੇਠ ਆਪਣੀ ਡਿਊਟੀ ਸੰਭਾਲ ਲਈ ਸੀ। ਇਸ ਟੁਕੜੀ ਨੂੰ ਦਿੱਲੀ ਦਾ ਜੋ ਖੇਤਰ ਸੌਂਪਿਆ ਗਿਆ ਸੀ, ਉੱਥੇ ਇਸ ਨੇ ਹਿੰਸਾ ਉੱਤੇ ਅਸਰਦਾਰ ਢੰਗ ਨਾਲ ਕਾਬੂ ਪਾ ਲਿਆ ਸੀ। ਇਸ ਨੇ ਸਿੱਖਾਂ ਦੇ ਕਾਫੀ ਸਾਰੇ ਘਰਾਂ ਤੇ ਕਾਰੋਬਾਰਾਂ ਨੂੰ ਸੜਨ ਤੇ ਲੁੱਟੇ ਜਾਣ ਤੋਂ ਬਚਾ ਲਿਆ ਸੀ। ਦੁਪਹਿਰ ਬਾਅਦ ਜਦ ਇਹ ਫੌਜੀ ਟੁਕੜੀ ਸਫਦਰਗੰਜ ਡਿਵੈਲਪਮੈਂਟ ਏਰੀਏ 'ਚੋਂ ਲੰਘ ਰਹੀ ਸੀ ਤਾਂ ਇਸ ਨੂੰ ਇੱਕ ਘਰ 'ਚੋਂ ਧੂੰਆਂ ਨਿਕਲਦਾ ਨਜ਼ਰ ਆਇਆ। ਜਦੋਂ ਇਸ ਨੇ ਕਾਹਲੀ ਨਾਲ ਉਸ ਘਰ ਵੱਲ ਜਾਣ ਦਾ ਯਤਨ ਕੀਤਾ ਤਾਂ ਅਚਾਨਕ ਕਿਸੇ ਖੁਫੀਆ ਏਜੰਸੀ ਦਾ ਇੱਕ ਅਫਸਰ ਇਸ ਦਾ ਰਾਹ ਮੱਲ ਕੇ ਕਹਿਣ ਲੱਗਾ ਕਿ ਫੌਜ ਨੂੰ ਦਖਲ ਦੇਣ ਦਾ ਕੋਈ ਆਦੇਸ਼ ਜਾਰੀ ਨਹੀਂ ਸੀ ਹੋਇਆ। ਜਦ ਉਸ ਅਣਜਾਣੇ ਅਫਸਰ ਨੇ ਆਪਣੀ ਕਾਰ ਨਾਲ ਫੌਜੀ ਦਸਤੇ ਦਾ ਜ਼ਬਰਦਸਤੀ ਰਾਹ ਰੋਕਣਾ ਚਾਹਿਆ ਤਾਂ ਉਸ ਨੂੰ ਰਾਹ 'ਚੋਂ ਪਾਸੇ ਹਟਾਉਣ ਲਈ ਮੇਜਰ ਸੰਧੂ ਨੂੰ ਗੋਲੀ ਚਲਾ ਦੇਣ ਦਾ ਡਰਾਵਾ ਦੇਣਾ ਪਿਆ ਸੀ। ਇਸ ਨਾਲ ਉਹ ਅਫਸਰ ਤਾਂ ਉਸੇ ਮੌਕੇ ਰਸਤੇ ਤੋਂ ਲਾਂਭੇ ਹੋ ਗਿਆ ਸੀ ਅਤੇ ਫੌਜ ਨੇ ਜਲ ਰਹੇ ਘਰ ਦਾ ਸਮਾਨ ਤੇ ਇਸ ਦੇ ਮੈਂਬਰਾਂ ਦੀ ਜਾਨ ਵੀ ਬਚਾ ਲਈ ਸੀ। ਪਰ ਇਸ ਤੋਂ ਬਾਅਦ ਜੋ ਭਾਣਾ ਵਾਪਰਿਆ ਉਹ ਬਹੁਤ ਭਾਵਮਈ ਸੀ। ਕਰੀਬ 1 ਘੰਟੇ ਦੇ ਅੰਦਰ ਹੀ ਮੇਜਰ ਸੰਧੂ ਨੂੰ ਆਪਣੇ ਫੌਜੀ ਦਸਤੇ ਸਮੇਤ ਫੌਰਨ ਬੈਰਕਾਂ ਛਾਉਣੀ 'ਚ ਵਾਪਸ ਚਲੇ ਜਾਣ ਦਾ ਆਦੇਸ਼ ਮਿਲ ਗਿਆ ਸੀ। ਉਸ ਤੋਂ ਬਾਅਦ ਜਿੰਨੀ ਦੇਰ ਤੱਕ ਦਿੱਲੀ ਅੰਦਰ ਵਹਿਸ਼ੀਆਨਾ ਕਤਲੇਆਮ ਦਾ ਸਿਲਸਿਲਾ ਚੱਲਦਾ ਰਿਹਾ, ਉਨੀ ਦੇਰ ਉਸ ਫੌਜੀ ਦਸਤੇ ਨੂੰ ਛਾਉਣੀ ਅੰਦਰ ਹੀ ਰੋਕੀ ਰੱਖਿਆ ਗਿਆ ਸੀ। ਇਹ ਕਿਸ ਦੇ ਹੁਕਮਾਂ ਨਾਲ ਹੋਇਆ ਅਤੇ ਉਹ ਸਰਵਸ਼ਕਤੀਮਾਨ ਅਫਸਰ ਕੌਣ ਸੀ ਜਿਸ ਦੀ ਸ਼ਿਕਾਇਤ ਉੱਤੇ ਫਿਰਕੂ ਹਿੰਸਾ ਨੂੰ ਰੋਕਣ ਦੇ ਸੁਹਿਰਦ ਯਤਨ ਕਰ ਰਹੀ ਉਸ ਫੌਜੀ ਟੁਕੜੀ ਨੂੰ ਫੁਰਤੀ ਨਾਲ ਹਟਾ ਲਿਆ ਗਿਆ ਸੀ। ਕਿਸੇ ਵੀ ਪੜਤਾਲੀਆ ਕਮਿਸ਼ਨ ਨੇ ਅਜੇ ਤੱਕ ਇਨ੍ਹਾਂ ਰਹੱਸਮਈ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ। ਜਨਰਲ ਕੇ ਸੁਦਰਜੀ ਨੇ ਸੇਵਾ ਮੁਕਤ ਹੋਣ ਤੋਂ ਬਾਅਦ ਕੰਵਰ ਸਿੱਧੂ ਕੋਲ ਇਹ ਭੇਦ ਉਜਾਗਰ ਕੀਤਾ ਸੀ ਕਿ ਇੰਦਰਾ ਗਾਂਧੀ ਦੇ ਕਤਲ ਹੋ ਜਾਣ ਮੌਕੇ ਉਹ ਪੁਣੇ ਵਿੱਚ ਸੀ। ਜਿਉਂ ਹੀ ਉਸ ਨੂੰ ਦਿੱਲੀ ਅੰਦਰ ਹਿੰਸਕ ਵਾਰਦਾਤਾਂ ਸ਼ੁਰੂ ਹੋ ਜਾਣ ਦੀ ਖਬਰ ਮਿਲੀ ਤਾਂ ਉਸ ਨੇ ਫੌਰਨ ਦਿੱਲੀ ਪਹੁੰਚਣ ਲਈ ਹਵਾਈ ਜਹਾਜ਼ ਦੀ ਮੰਗ ਕੀਤੀ, ਕਿਉਂਕਿ ਪੱਛਮੀ ਕਮਾਂਡਰ ਦਾ ਮੁਖੀ ਜਨਰਲ ਆਫੀਸਰ ਇਨ ਕਮਾਂਡਰ ਹੋਣ ਦੇ ਨਾਤੇ ਦਿੱਲੀ ਉਸ ਦੇ ਕਾਰਜ ਖੇਤਰ ਵਿੱਚ ਆਉਂਦਾ ਸੀ। ਉਸ ਨੇ ਦੱਸਿਆ ਕਿ ਉਸ ਨੂੰ ਹਵਾਈ ਜਹਾਜ਼ ਮੁਹੱਈਆ ਕਰਨ ਵਿੱਚ ਚੋਖੀ ਦੇਰੀ ਕੀਤੀ ਗਈ। ਬਹਾਨਾ ਇਹ ਲਾਇਆ ਗਿਆ ਕਿ ਛੇਤੀ ਹੀ ਹੋਣ ਜਾ ਰਹੀਆਂ ਇੰਦਰਾ ਗਾਂਧੀ ਦੀਆਂ ਅੰਤਿਮ ਰਸਮਾਂ ਦੀ ਵਜ੍ਹਾ ਕਰਕੇ ਅਹਿਮ ਵਿਅਕਤੀਆਂ ਦੀ ਵੱਡੇ ਪੈਮਾਨੇ ਤੇ ਆਵਾਜਾਈ ਦੇ ਪ੍ਰਬੰਧ ਕਰਨੇ ਪੈ ਰਹੇ ਸਨ। ਸੋ ਇੱਥੇ ਫਿਰ ਭਾਰਤ ਦੇ ਹਾਕਮਾਂ ਨੂੰ ਸਿੱਖਾਂ ਦੀਆਂ ਜਾਨਾਂ ਤੇ ਜਾਇਦਾਦਾਂ ਨੂੰ ਨਿਗਲ ਰਹੀ ਫਿਰਕੂ ਹਿੰਸਾ ਦੀ ਅੱਗ ਉੱਤੇ ਕਾਬੂ ਪਾਉਣ ਨਾਲੋਂ ਇੰਦਰਾ ਗਾਂਧੀ ਦੀਆਂ ਅੰਤਿਮ ਰਸਮਾਂ ਤੇ ਇੰਤਜ਼ਾਮਾਂ ਦਾ ਫਿਕਰ ਵਧੇਰੇ ਸੀ। ਜਨਰਲ ਸੁਦਰਜੀ ਨੇ ਦੱਸਿਆ ਕਿ ਅਖੀਰ ਵਿੱਚ ਜਦੋਂ ਉਹ ਕੁਝ ਘੰਟਿਆਂ ਬਾਅਦ ਦਿੱਲੀ ਪੁੱਜਾ ਤਾਂ ਉਸ ਨੇ ਫੌਜ ਦੇ ਦਸਤਿਆਂ ਦੀ ਤੈਨਾਤੀ ਦਾ ਮੁਆਇਨਾ ਕਰਨਾ ਸ਼ੁਰੂ ਕੀਤਾ। ਉਸ ਦੀ ਇੱਛਾ ਸੀ ਕਿ ਤੈਨਾਤ ਕੀਤੇ ਗਏ ਫੌਜੀ ਦਸਤਿਆਂ ਦੇ ਠਿਕਾਣੇ ਪੁਲਿਸ ਥਾਣਿਆਂ ਦੇ ਨੇੜੇ ਹੀ ਸਥਾਪਿਤ ਕੀਤੇ ਜਾਣ ਤਾਂ ਜੋ ਦੋਵਾਂ ਫੋਰਸਾਂ ਦਾ ਆਪਸੀ ਤਾਲਮੇਲ ਤੇ ਸਹਿਯੋਗ ਆਸਾਨ ਹੋ ਸਕੇ। ਪਰ ਐਨ ਉਸ ਵੇਲੇ ਉਸ ਨੂੰ ਛੇਤੀ ਨਾਲ ਚੰਡੀ ਮੰਦਰ ਦੇ ਕਮਾਂਡ ਹੈੱਡਕੁਆਰਟਰ ਪਹੁੰਚਣ ਲਈ ਕਿਹਾ ਗਿਆ ਤਾਂ ਕਿ ਜੇਕਰ ਪੰਜਾਬ ਅੰਦਰ ਹਿੰਸਾ ਭੜਕ ਉੱਠਦੀ ਸੀ ਤਾਂ ਉਸ ਨੂੰ ਛੇਤੀ ਨਾਲ ਦਬਾ ਦਿੱਤਾ ਜਾਂਦਾ। ਉਸ ਨੂੰ ਕਿਹਾ ਗਿਆ ਸੀ ਕਿ ਉਹ ਦਿੱਲੀ ਦੀ ਚਿੰਤਾ ਨਾ ਕਰੇ, ਦਿੱਲੀ ਦਾ ਖਿਆਲ ਜੋ ਦਿੱਲੀ ਬੈਠੇ ਸਨ ਉਹ ਆਪ ਕਰ ਲੈਣਗੇ। ਉਸ ਨੇ ਕਿਹਾ ਕਿ ਮੈਨੂੰ ਬਾਅਦ ਵਿੱਚ ਜਾ ਕੇ ਮਹਿਸੂਸ ਹੋਇਆ ਕਿ ਜਦੋਂ ਦਿੱਲੀ ਜਿੱਥੋਂ ਮੈਨੂੰ ਪਰਾਂ ਭੇਜ ਦਿੱਤਾ ਗਿਆ ਸੀ ਜਲ ਰਹੀ ਸੀ ਤਾਂ ਉਸ ਵੇਲੇ ਮੈਂ ਪੰਜਾਬ ਵਿੱਚ ਜਿੱਥੇ ਕਿ ਬੇਚੈਨ ਚੁੱਪ ਪਸਰੀ ਹੋਈ ਸੀ ਫੌਜਾਂ ਤੈਨਾਤ ਕਰ ਰਿਹਾ ਸਾਂ। ਇੱਕ ਕਰਨਲ ਜੋ ਕਿ ਉਸ ਵੇਲੇ ਸ਼ਾਹਜਹਾਂਪੁਰ ਵਿਖੇ 6 ਡਿਵੀਜ਼ਨ ਹੈੱਡਕੁਆਰਟਰ ਵਿੱਚ ਡਿਊਟੀ ਉੱਤੇ ਸੀ, ਨੇ ਵੀ ਕੰਵਰ ਸਿੱਧੂ ਕੋਲੋਂ ਇਹ ਰਹੱਸ ਪ੍ਰਗਟ ਕੀਤਾ ਸੀ ਕਿ ਇੰਦਰਾ ਗਾਂਧੀ ਨੂੰ ਕਤਲ ਕਰ ਦੇਣ ਦੀ ਘਟਨਾ ਭਾਵੇਂ 31 ਅਕਤੂਬਰ ਦੀ ਸਵੇਰ ਨੂੰ ਹੀ ਵਾਪਰ ਗਈ ਸੀ, ਪਰ ਉਹਨਾਂ ਨੂੰ ਫੌਜ ਦਾ ਇੱਕ ਬ੍ਰਿਗੇਡ ਦਿੱਲੀ ਭੇਜਣ ਦਾ ਹੁਕਮ ਦੂਜੇ ਦਿਨ ਸ਼ਾਮ ਤੱਕ ਜਾ ਕੇ ਮਿਲਿਆ ਸੀ। ਉਸ ਦਾ ਵੀ ਉਹੀ
ਗੁਲਾਮਾ ਸੀ ਕਿ ਉਹ ਤਾਂ ਤੱਦੀ ਨਾਲ 4 ਘੰਟਿਆਂ ਵਿੱਚ ਉਸੇ ਰਾਤ ਹੀ ਦਿੱਲੀ ਅੱਪੜ ਗਏ ਸਨ। ਪਰ ਉਹਨਾਂ ਨੂੰ ਜਦੋਂ ਅਗਲੀ ਸਵੇਰ ਤੱਕ ਯਮੁਨਾ ਪਾਰ ਦੇ ਇਲਾਕੇ ਵਿੱਚ ਭੇਜਿਆ ਗਿਆ ਤਾਂ ਉਦੋਂ ਤੱਕ ਪਹਿਲਾਂ ਹੀ ਢੇਰ ਸਾਰੀ ਤਬਾਹੀ ਹੋ ਚੁੱਕੀ ਸੀ। ਕੰਵਰ ਸੰਧੂ ਨੇ ਫੌਜ ਤਾਇਨਾਤ ਕਰਨ ਲਈ ਅਪਣਾਈ ਗਈ ਸਮੁੱਚੀ ਪਹੁੰਚ ਤੇ ਵਿਧੀ ਬਾਰੇ ਕਈ ਅਹਿਮ ਸਵਾਲ ਖੜੇ ਕੀਤੇ ਹਨ, ਜਿਵੇਂ ਕਿ ਦਿੱਲੀ ਛਾਉਣੀ ਵਿੱਚ ਮੌਜੂਦ ਫੌਜੀ ਟੁਕੜੀਆਂ ਨੂੰ ਛੱਡ ਕੇ ਦੂਰ ਦੁਰਾਡੀਆਂ ਥਾਵਾਂ ਤੋਂ ਫੌਜ ਬੁਲਾਉਣ ਦੀ ਕੀ ਤੁਕ ਬਣਦੀ ਸੀ। ਇਹ ਗੱਲ ਮੰਨਦੇ ਹੋਏ ਵੀ ਕਿ ਦਿੱਲੀ ਸਥਿਤ ਪੈਦਲ ਫੌਜ ਦਾ ਬ੍ਰਿਗੇਡ ਰਾਜਸਥਾਨ ਅੰਦਰ ਮਸ਼ਕਾਂ ਕਰਨ ਗਿਆ ਹੋਇਆ ਸੀ। ਕੰਵਰ ਸੰਧੂ ਅਨੁਸਾਰ ਫਿਰ ਵੀ ਦਿੱਲੀ ਅੰਦਰ ਕਿਸੇ ਇੱਕ ਜਾਂ ਦੂਜੇ ਰੂਪ ਵਿੱਚ 2 ਬ੍ਰਿਗੇਡ ਜਿਵੇਂ ਕਿ ਏਅਰ ਡਿਫੈਂਸ ਦੀਆਂ ਟੁਕੜੀਆਂ, ਈ.ਏ. ਬਟਾਲੀਅਨ ਤੇ ਰਾਜਪੂਤਾਨਾ ਰਾਈਫਲਜ਼ ਸੈਂਟਰ ਆਦਿ ਭਾਲੀ-ਭਾਂਤ ਮੌਜੂਦ ਸਨ, ਜਿਨ੍ਹਾਂ ਦੀ ਅਸਰਦਾਰ ਵਰਤੋਂ ਕੀਤੀ ਜਾ ਸਕਦੀ ਸੀ। ਪੂਰੀ ਪ੍ਰਭਾਵ ਪਾਉਣ ਲਈ ਰਾਜ ਰਾਈਫਲਜ਼ ਸੈਂਟਰ ਦੇ ਟ੍ਰੇਨਿੰਗ ਲੈ ਰਹੇ 2000 ਤੋਂ ਵੱਧ ਜਵਾਨਾਂ ਨੂੰ ਫਲੈਗ ਮਾਰਚ ਆਦਿ ਲਈ ਸੌਖ ਨਾਲ ਵਰਤਿਆ ਜਾ ਸਕਦਾ ਸੀ। ਦੂਜਾ, ਸ਼ਾਹਜਹਾਂਪੁਰ ਤੋਂ ਦਿੱਲੀ ਦਾ ਰਸਤਾ 8 ਘੰਟਿਆਂ ਦਾ ਹੈ, ਜਦਕਿ ਮੇਰਠ ਵਾਂਗ ਹੀ ਹਿਸਾਰ ਤੋਂ ਦਿੱਲੀ ਅੱਪੜਨ ਨੂੰ 2 ਘੰਟਿਆਂ ਤੋਂ ਵੱਧ ਦਾ ਸਮਾਂ ਨਹੀਂ ਲੱਗਦਾ। ਫਿਰ ਸ਼ਾਹਜਹਾਂਪੁਰ ਦੀ ਬਜਾਏ ਫੌਰੀ ਤੌਰ ਤੇ ਹਿਸਾਰ ਤੋਂ ਫੌਜ ਕਿਉਂ ਨਾ ਬੁਲਾਈ ਗਈ? ਮੇਜਰ ਜਨਰਲ ਮਰਹੂਮ ਹਿੰਮਤ ਸਿੰਘ ਗਿੱਲ ਨੇ ਲਿਖਿਆ ਹੈ ਕਿ ਫੌਜ ਦੇ ਜਿਨ੍ਹਾਂ ਅਫਸਰਾਂ ਨੂੰ ਦਿੱਲੀ ਅੰਦਰ ਦੰਗਿਆਂ ਨੂੰ ਕਾਬੂ ਕਰਨ ਦਾ ਕਾਰਜ ਸੌਂਪਿਆ ਗਿਆ ਸੀ, ਮੈਨੂੰ ਉਹਨਾਂ ਕੋਲੋਂ ਚੋਖੀਆਂ ਗੱਲਾਂ ਦਾ ਪਤਾ ਲੱਗਿਆ ਹੈ। ਪਹਿਲੇ 2 ਦਿਨ ਫੌਜ ਨੂੰ ਜਾਮ ਕਰੀ ਰੱਖਿਆ ਗਿਆ ਸੀ। ਗੁਰਦੇਵ ਗਰੇਵਾਲ ਨੇ ਜਨਰਲ ਹਿੰਮਤ ਸਿੰਘ ਗਿੱਲ ਦੇ ਇਸ ਪ੍ਰਭਾਵ ਨਿਰਣੇ ਨੂੰ ਹੋਰ ਅੱਗੇ ਲਿਜਾਂਦੇ ਹੋਏ ਇਹ ਉਚਿਤ ਨੁਕਤਾ ਉਭਾਰਿਆ ਹੈ ਕਿ ਜਦੋਂ ਤਾਂ ਦਰਬਾਰ ਸਾਹਿਬ ਉੱਤੇ ਹਮਲਾ ਕਰਨਾ ਸੀ, ਉਦੋਂ ਤਾਂ ਮੇਰਠ ਤੋਂ 9 ਮਾਊਂਟੇਨ ਡਿਵੀਜ਼ਨ ਨੂੰ ਝੱਟ ਅੰਮ੍ਰਿਤਸਰ ਭੇਜ ਦਿੱਤਾ ਗਿਆ ਸੀ। ਪਰ ਹੁਣ ਜਦੋਂ ਦਿੱਲੀ ਅੰਦਰ ਸਿੱਖ ਮਾਰੇ ਤੇ ਸਾੜੇ ਜਾ ਰਹੇ ਸਨ ਤਾਂ ਹਾਕਮਾਂ ਨੇ ਕਿਵੇਂ ਇਸ ਡਿਵੀਜ਼ਨ ਦੀ ਯਾਦ ਹੀ ਭੁਲਾ ਦਿੱਤੀ। ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਭੁੱਲ ਚੁੱਕ ਮਾਫ਼ ਕਰਨੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।